ਸਾਡੀ ਪਾਰਟੀ ਕਿੰਨੀਆਂ ਕੁ ਸੀਟਾਂ ਤੇ ਜਿੱਤ ਹਾਸਲ ਕਰਕੇ ਸਰਕਾਰ ਜਿਹੜੀ ਹੈ ਬਣਾ ਰਹੀ? देखो मैं ये तो नहीं कहूँगा कि किन्नी जीता, मैं इन्ना कहूँगा कि अच्छा मार्जिन लेके सरकार असी बनावांगे। ये साडा दृढ़ निश्चय है जी, ये सानू आस से नहीं पूरा यकीन भरोसा है। ਸਾਡੀ ਪਾਰਟੀ ਕਿੰਨੀਆਂ ਕੁ ਸੀਟਾਂ ਤੇ ਜਿੱਤ ਹਾਸਲ ਕਰਕੇ ਸਰਕਾਰ ਜਿਹੜੀ ਹੈ ਬਣਾ ਰਹੀ? देखो मैं ये तो नहीं कहूँगा कि किन्नी जीता, मैं इन्ना कहूँगा कि अच्छा मार्जिन लेके सरकार असी बनावांगे। ये साडा दृढ़ निश्चय है जी, ये सानू आस से नहीं पूरा यकीन भरोसा है। ਟੋਰਾਂਟੋ ਸ਼ਹਿਰ ਦਾ ਸਮਾਂ 10:47 ਪਲੱਸ ਦਾ ਹੋ ਚੁੱਕਾ ਹੈ। ਆਪ ਸਭ ਦਾ ਹਾਰਦਿਕ ਸਵਾਗਤ। ਮੈਂ ਹਾਂ ਜੋਗਿੰਦਰ ਬਾਸੀ। ਸਟੂਡੀਓ ਵਿੱਚ ਗੁਰਪ੍ਰੀਤ ਸਿੱਧੂ ਮੇਰੇ ਸਾਥ ਦੇਣਗੇ। ਪੰਜਾਬ ਦੇ ਵਿੱਚ ਇੱਥੇ ਸਾਡੇ ਹਿੰਦੁਸਤਾਨ ਦੀ ਕੁਝ ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਕੁਝ ਸੂਬੇ ਦੀ, ਅਤੇ ਅਸੀਂ ਜ਼ਿਆਦਾਤਰ ਜਾਨਾ ਹੀ ਅਪਡੇਟ ਕਰਦੇ ਹਾਂ ਪੰਜਾਬ ਦੇ ਨਾਲ ਸੰਬੰਧਿਤ ਜਿੰਨੇ ਵੀ ਸਾਡੇ ਪਰਿਵਾਰ ਨੇ। ਪੰਜਾਬ ਅਤੇ ਪੰਜਾਬ ਤੋਂ ਬਾਹਰ ਵਾਸਤੇ ਬਹੁਤ ਵੱਡੀ ਗਿਣਤੀ ਵਿੱਚ ਸਾਨੂੰ ਇਸ ਵੇਲੇ ਰੋਜ਼ਾਨਾ ਹੀ ਵਾਚ ਕਰਦੇ ਨੇ ਕਿ ਕਿਹੜੀ ਪਾਰਟੀ ਦੇ ਕਿਹੜਾ ਉਮੀਦਵਾਰ ਜਿਹੜਾ ਹੈ ਉਹ ਲੋਕਪ੍ਰਿਯ ਹੋ ਰਿਹਾ ਹੈ ਤੇ ਕਿਹੜੀ ਪਾਰਟੀ ਦੇ ਜਿੱਤਣ ਦੇ ਅਸਾਰ ਵੱਧਦੇ ਜਾ ਰਹੇ ਨੇ। ਇੱਕ ਅਸੀਂ ਐਸੀ ਸ਼ਖਸੀਅਤ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਿਆਸੀ ਜ਼ਿੰਦਗੀ ਦੀ ਮੈਂ ਗੱਲ ਕਰਾਂ ਕਿ ਸਿਆਸੀ ਚਾਦਰ ਜਿਹੜੀ ਹੈ, ਇਹਨਾਂ ਦੀ ਸਿਆਸਤ ਉਮਰ ਜਿਹੜੀ ਹੈ ਉਹ ਬੇਦਾਗ ਹੈ ਅਤੇ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੇ ਵਾਸਤੇ ਉਹਨਾਂ ਨੇ ਗੱਲਾਂ ਨਹੀਂ ਕੀਤੀਆਂ, ਸਗੋਂ ਕੰਮ ਕਰਕੇ ਵਿਖਾਇਆ ਅਤੇ ਲੋਕਾਂ ਨੂੰ ਸਹੂਲਤਾਂ ਮਾਣ ਰਹੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤੁਸੀਂ ਲੁਧਿਆਣਾ ਤੋਂ ਅੰਮ੍ਰਿਤਸਰ ਨੂੰ ਜਾਂਦੇ ਸੀ ਜਾਂ ਅੰਮ੍ਰਿਤਸਰ ਤੋਂ ਲੁਧਿਆਣਾ ਨੂੰ ਜਾਂਦੇ ਸੀ ਤਾਂ ਰਸਤੇ ਵਿੱਚ ਸਪੈਸ਼ਲੀ ਜਿਹੜਾ ਸਿਟੀ ਫਗਵਾੜਾ ਆਉਂਦਾ, ਫਗਵਾੜਾ ਜਿਹੜਾ ਹੈ ਕਪੂਰਥਲਾ ਡਿਸਟ੍ਰਿਕਟ ਦੇ ਆ ਹਿੱਸਾ ਹੈ, ਅਤੇ ਇਹ ਹਾਈਵੇ ਦੀ ਇੰਨੀ ਦਿਸ਼ਾ ਖਰਾਬ ਸੀ ਔਰ ਬਹੁਤ ਵੱਡੀ ਗਿਣਤੀ ਵਿੱਚ 2 ਮਿੰਟ ਦਾ ਸਫ਼ਰ ਲੋਕਾਂ ਨੂੰ ਅੱਧੇ ਘੰਟੇ ਵਿੱਚ, ਕਈ ਵਾਰੀ ਘੰਟੇ ਵਿੱਚ ਤੈਅ ਕਰਨਾ ਪੈਂਦਾ ਸੀ ਕਿਉਂਕਿ ਟ੍ਰੈਫਿਕ ਜਾਮ ਰਹਿੰਦਾ ਸੀ। ਇਹ ਸਾਰੀ ਦੇਣ ਸਾਡੇ ਨੈਕਸਟ ਮਹਿਮਾਨ ਭਾਰਤ ਦੇ ਸਾਬਕਾ ਕੈਬਨਿਟ ਮੰਤਰੀ ਬਿਜਲੀ ਸਾਂਪਲਾ ਜੀ ਦੀ ਵੱਡੀ ਕੰਟਰੀਬਿਊਸ਼ਨ ਦੇਣ ਹੈ ਲੋਕਾਂ ਨੂੰ, ਲੋਕ ਭੁੱਲ ਨਹੀਂ ਸਕਦੇ। ਮੈਂ ਲਾਈਨ ਤੇ ਆ ਚੁੱਕੇ ਨੇ। ਸਭ ਤੋਂ ਪਹਿਲਾਂ ਸਾਂਪਲਾ ਸਾਹਿਬ, ਵੈਲਕਮ ਟੂ ਸ਼ੋ। थैंक यू सर, थैंक यू जी, बहुत बहुत धन्यवाद। और पूरा जिन्ने भी श्रोता सुन रहे सारे ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੀ ਤੁਹਾਡੀ ਆਵਾਜ਼ ਮਿੱਠੀ ਹੈ, ਜਿੰਨਾ ਤੁਹਾਡਾ ਕਿਰਦਾਰ ਹੈ, ਜਿੰਨਾ ਤੁਹਾਡਾ ਕੱਦ ਉੱਚਾ ਹੈ, ਉਨਾ ਹੀ ਸੱਚਮੁੱਚ ਹੀ ਤੁਸੀਂ ਵੇਖਿਆ ਜਾਵੇ ਕਿ ਫਗਵਾੜੇ ਅਤੇ ਆਸ-ਪਾਸ ਦੇ ਲੋਕਾਂ ਦੇ ਦੁੱਖ ਸੁਣਦੇ ਰਹੇ ਹੋ, ਦੁੱਖ ਚੁੱਕਦੇ ਰਹੇ ਹੋ ਅਤੇ ਲੋਕਾਂ ਨੂੰ ਸਹੂਲਤਾਂ ਸਮੇਂ-ਸਮੇਂ ਤੇ ਪ੍ਰਦਾਨ ਕਰਦੇ ਰਹੇ ਹੋ ਅਤੇ ਪਾਰਟੀ ਵਿੱਚ ਵੀ ਤੁਹਾਡਾ ਦੇਖਿਆ ਜਾਵੇ ਕਿ ਬੜਾ ਸਤਿਕਾਰ ਹੈ ਔਰ ਤੁਸੀਂ ਸਾਡੇ ਆਨਰੇਬਲ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਦੇ ਲਾਗੇ ਹੋਣ ਕਰਕੇ ਬਹੁਤ ਸਾਰੇ ਇਹੋ ਜਿਹੇ ਕੰਮ ਜੋ ਠੱਪ ਪੈ ਸੀਗੇ ਉਹਨੂੰ ਤੁਸੀਂ ਨੇਪਰੇ ਚਾੜਿਆ। ਇਸ ਚੀਜ਼ ਦੀ ਤੁਹਾਨੂੰ ਅਸੀਂ ਗੱਲਬਾਤ ਕਰੀਏ, ਮੁਬਾਰਕਬਾਦ ਦੇਣੀ ਚਾਹਾਂਗੇ, ਕਬੂਲ ਕਰੋ। ਥੈਂਕ ਯੂ ਥੈਂਕ ਯੂ ਸਰ, ਧੰਨਵਾਦ, ਬਹੁਤ ਬਹੁਤ ਧੰਨਵਾਦ ਸਰ। ਸਾਬਰ ਸਾਹਿਬ, ਤੁਸੀਂ ਪੰਜਾਬ ਤੋਂ ਕਿਹੜੇ ਪਿੰਡ ਵਿੱਚ ਜਨਮ ਲਿਆ? ਕਿਹੜਾ ਤੁਹਾਡਾ ਜੱਦੀ ਪਿੰਡ ਹੈ, ਸ਼ਹਿਰ? ਵੈਸੇ ਤਾਂ ਮੇਰਾ ਜੱਦੀ ਪਿੰਡ ਤਾਂ ਸੋਫੀ ਪਿੰਡ ਜਲੰਧਰ ਛਾਉਣੀ ਦੇ ਨਾਲ ਹੈ ਜੀ, ਤੇ ਪਰ ਮੈਂ ਜਦੋਂ 2014 ਚ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੋਂ ਬਣਿਆ ਜੀ, ਤੇ ਉਸ ਤੋਂ ਬਾਅਦ ਜਿੱਥੇ ਦੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਸੀ, ਮੈਂ ਆਪਣੀ ਰਿਹਾਇਸ਼ ਵੀ ਉੱਥੇ ਸ਼ਿਫਟ ਕਰ ਲਈ ਜੀ। ਔਰ ਹੁਣ ਜਿਹੜਾ ਮੈਨੂੰ ਪਾਰਟੀ ਨੇ ਹੁਕਮ ਲਾਇਆ ਕਿ ਤੁਸੀਂ ਜਾ ਕੇ ਫਗਵਾੜਾ ਤੋਂ ਇਲੈਕਸ਼ਨ ਲੜੋ ਜੀ, ਔਰ ਜਦਕਿ ਮੈਂ ਤਾਂ ਇੱਥੋਂ ਦਾ ਕੋਈ ਚਾਹਵਾਨ ਵੀ ਨਹੀਂ ਸੀ ਜੀ, ਔਰ ਕਿਉਂਕਿ ਮੇਰੇ ਕੋਲ ਆਲਰੇਡੀ ਕੈਬਨਿਟ ਦਾ ਦਰਜਾ ਸੀ ਔਰ ਮੈਂ ਐਸਸੀ ਕਮਿਸ਼ਨ ਦਾ ਚੇਅਰਮੈਨ ਹੈ ਜੀ, ਇਸ ਕਰਕੇ ਮੇਰੇ ਤਾਂ ਬਹੁਤ ਵੱਡਾ ਰੁਤਬਾ ਸੀ, ਪਰ ਪਾਰਟੀ ਦਾ ਹੁਕਮ ਹੈ ਜੀ, ਤੁਸੀਂ ਉੱਥੋਂ ਚੁਣਾਵ ਲੜਨਾ ਹੈ ਤੇ ਚੁਣਾਵ ਲੜਿਆ ਹੈ ਜੀ, ਔਰ ਚੁਣਾਵ ਲੜਨ ਦੇ ਲਈ ਇੱਥੇ ਮੈਦਾਨ ਚ ਉਤਰੇ। ਬਹੁਤ ਬਹੁਤ ਮੁਬਾਰਕ ਹੋਵੇ। ਔਰ ਸਾਬਰ ਜੀ, ਇਸ ਸਮੇਂ ਪੰਜਾਬ ਦੀਆਂ ਚੋਣਾਂ ਵਿੱਚ ਬੀਜੇਪੀ ਕੈਪਟਨ ਤੇ ਢੀਂਡਸਾ ਗਠਬੰਧਨ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ? ਤੁਹਾਡੀਆਂ ਇਹ 10 ਜੋ ਤੁਸੀਂ ਸਟਾਰ ਅਲਾਈਅੰਸ ਹੋ। ਦੇਖੋ, ਇਸ ਤਰ੍ਹਾਂ ਹੈ ਕਿ ਵੀ ਲੋਕਾਂ ਦਾ ਬਹੁਤ ਵੱਡਾ ਪਿਆਰ ਜਿਹੜਾ ਸਾਨੂੰ ਮਿਲ ਰਿਹਾ ਹੈ, ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਦੇਸ਼ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਵਧੀਆ ਤਰੀਕੇ ਨਾਲ ਸ਼ਕਤੀ ਦੇ ਰੂਪ ਦੇ ਵਿੱਚ ਪ੍ਰਸਤੁਤ ਕਰਨ ਵਾਲੀ ਪਾਰਟੀ ਦੇ ਜਿਨ੍ਹਾਂ ਦੇ ਨੇਤਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ
और देश ਨੂੰ ਮਜ਼ਬੂਤ ਕਰਨ ਵਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ, ਜਿਨ੍ਹਾਂ ਨੇ 370 ਖਤਮ ਕੀਤੀ, ਔਰ ਤੁਸੀਂ ਦੇਖਦੇ ਹੋ ਰਾਮ ਮੰਦਿਰ ਦਾ ਨਿਰਮਾਣ ਕੀਤਾ ਹੈ, ਕਰਤਾਰਪੁਰ ਦਾ ਲਾਂਘਾ ਖੋਲਿਆ ਹੈ। ਐਸੇ ਬਹੁਤ ਸਾਰੀਆਂ ਅਚੀਵਮੈਂਟਸ ਜਿਹੜੀਆਂ ਉਹਨਾਂ ਨੇ ਕੀਤੀਆਂ ਔਰ ਅੱਜ ਦੇਸ਼ ਦਾ ਮਾਨ ਸਨਮਾਨ ਵਧਾਇਆ। ਔਰ ਉਸੇ ਦੇ ਤਹਿਤ ਅੱਜ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਜਿਹੜਾ ਭਾਰਤੀ ਜਨਤਾ ਪਾਰਟੀ ਵੱਲ ਹੈ ਜੀ। ਜੇ ਤੁਸੀਂ ਗੱਲ ਕਰੀਏ 3 ਮਹੀਨੇ ਪਹਿਲਾਂ ਅਗਰ ਤੁਸੀਂ ਇਹੀ ਗੱਲ ਪੁੱਛਦੇ ਤਾਂ ਸ਼ਾਇਦ ਤੁਹਾਨੂੰ ਬੀਜੇਪੀ ਦੇ ਲੋਕਾਂ ਦੇ ਵਿੱਚ ਬੀਜੇਪੀ ਦੇ ਪ੍ਰਤੀ ਨਕਾਰਾਤਮਕ ਜਿਹਾ ਰਵੱਈਆ, ਕੁਛ ਨਫ਼ਰਤ ਭਾਵ ਪੈਦਾ ਕੀਤੀ ਗਈ ਸੀ ਜੀ, ਉਹ ਕਿਸੇ ਵੀ ਆੜ 'ਚ ਕਹਿ ਲਈਏ। ਪਰ ਅੱਜ ਜਦੋਂ ਇਸ਼ੂ ਖਤਮ ਹੋ ਗਿਆ ਕਿਸਾਨਾਂ ਵਾਲਾ, ਪ੍ਰਧਾਨ ਮੰਤਰੀ ਜੀ ਨੇ ਸਾਰੇ ਦੇਸ਼ ਤੋਂ ਮਾਫੀ ਵੀ ਮੰਗੀ ਔਰ ਕਿੰਨੇ ਕਾਨੂੰਨ ਵਾਪਸ ਵੀ ਕੀਤੇ ਜੀ। ਇਹ ਕਾਨੂੰਨ ਅੱਛੇ ਸੀ ਪਰ ਅਸੀਂ ਸਮਝਾ ਨਹੀਂ ਪਾਏ ਜੀ, ਇਸ ਕਰਕੇ ਉਹਦੀ ਦ੍ਰਿਸ਼ਟੀ 'ਚ ਉਹਨਾਂ ਨੇ ਅੱਜ ਮਾਫੀ ਮੰਗਣ ਤੋਂ ਬਾਅਦ ਲੋਕਾਂ ਨੇ ਹੁਣ ਸਮਝਣਾ ਸ਼ੁਰੂ ਕਰਤਾ ਕਿ ਕਾਨੂੰਨਾਂ 'ਚ ਸੀ ਕਿ ਹੁਣ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਵੀ ਹੈ ਉਹ ਆਣ ਕੇ ਸਾਨੂੰ ਕਹਿੰਦੇ ਆ। ਪਰ ਗੱਲ ਅੱਜ ਉਸ ਦੀ ਨਹੀਂ ਕਰ ਰਹੇ, ਗੱਲ ਅੱਜ ਇਹ ਹੈ ਕਿ ਉਹਨਾਂ ਦਾ ਇੱਕ ਅਕਸ਼ ਪੂਰੇ ਲੋਕਾਂ ਦੇ ਦਿਲਾਂ ਦੇ ਵਿੱਚ ਹੈ। ਔਰ ਅੱਜ ਜਿਹੜਾ ਆ ਸ਼ਹਿਰਾਂ ਦੇ ਵਿੱਚ, ਮੈਂ ਪਿਛਲੇ 4 ਦਿਨਾਂ ਤੋਂ ਸ਼ਹਿਰ 'ਚ ਹੀ ਘੁੰਮ ਰਿਹਾ ਔਰ ਲੋਕ ਪੱਬਾਂ ਭਾਰ ਹੋਏ ਪਏ ਨੇ ਜੀ, ਜੇ ਮੈਂ ਕਹਾਂ ਕਿ ਭਾਜਪਾ ਦੇ ਪ੍ਰਤੀ। ਤੇ ਹਲੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਟੀਮਾਂ ਲੱਗੀਆਂ ਉਹਨਾਂ ਵੱਲੋਂ ਵੀ ਅੱਛਾ ਰਿਸਪੌਂਸ ਸਾਨੂੰ ਦੇਖ ਰਿਹਾ। ਇਹ ਤੁਸੀਂ ਦੇਖਿਆ ਕਿ ਜਦੋਂ 3 ਮਹੀਨੇ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਲੋਕ ਕੁਝ ਹੋਰ ਤਰ੍ਹਾਂ ਬੋਲਦੇ ਸੀ, ਪਰ 2-2.5 ਮਹੀਨਿਆਂ ਤੋਂ ਤੁਸੀਂ ਦੇਖ ਰਹੇ ਹੋਣੇ ਕਿ ਸਾਰੀਆਂ ਬੜੀਆਂ ਪਾਰਟੀਆਂ ਦੇ ਬੜੇ ਨੇਤਾ, ਔਰ ਉਹਦੇ 'ਚ ਅਸੀਂ ਕਹੀਏ ਵਿਸ਼ੇਸ਼ ਰੂਪ 'ਚ ਕਿਸਾਨ ਜਿਹੜੇ ਕਿਸਾਨੀ ਨਾਲ ਤਾਲੁਕ ਰੱਖਦੇ ਨੇ, ਉਹ ਐਸੇ ਰਾਜਨੀਤਿਕ ਲੋਕ ਵੀ ਭਾਜਪਾ ਸ਼ਾਮਲ ਹੋਏ ਨੇ ਔਰ ਅੱਜ ਉਹ ਸਾਡੀਆਂ ਟਿਕਟਾਂ ਤੇ ਲੜ ਵੀ ਰਹੇ ਨੇ। ਸਾਨੂੰ ਮਿਲਣੀ ਚਾਹੀਦੀ ਹੈ, ਸਾਨੂੰ ਟਿਕਟ ਮਿਲਣੀ ਚਾਹੀਦੀ ਹੈ। ਆਪਸ ਵਿੱਚ ਖਿੱਚੋ ਜਿਹੜੀ ਆ ਲੋਕਾਂ ਦਾ ਰੁਝਾਨ ਜਿਹੜਾ ਹੈ ਉਹ ਬੀਜੇਪੀ ਵੱਲ ਨੂੰ ਵੱਧਦਾ ਜਾ ਰਿਹਾ। ਕਾਰਨ ਕੀ ਆ ਕਿ ਲੋਕ, ਹਰ ਕੋਈ ਵਿਅਕਤੀ ਚਾਹੁੰਦਾ ਸਾਨੂੰ ਬੀਜੇਪੀ ਤੋਂ ਕਿਸੇ ਪਾਸੋਂ ਕੋਈ ਟਿਕਟ ਮਿਲ ਜਾਵੇ ਤਾਂ ਵੀ ਆਰ ਸੋ ਹੈਪੀ। ਇੱਕ ਕੁਝ ਮਹੀਨੇ ਵਿੱਚ ਇਹ ਰੀਜ਼ਨ ਕੀ ਹੈ? ਵਾਟ ਇਜ਼ ਬਿਹਾਈਂਡ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਦੋਂ ਕਿਉਂਕਿ ਸਾਰਿਆਂ ਨੂੰ ਲੱਗਦਾ ਕਿ ਦੇਸ਼ ਦੇ ਵਿੱਚ ਕਿਸੇ ਵੀ ਪਾਰਟੀ ਕੋਲ ਕੋਈ ਵੀ ਵਿਜ਼ਨ ਨਹੀਂ ਹੈਗਾ। ਤੁਸੀਂ ਦੱਸੋ ਕਿ ਕਿਸੇ ਨੂੰ ਬਹੁਤ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕੀਤੀ, ਸਾਰੀਆਂ ਗੱਲ ਕਰਦਿਆਂ ਨੇ ਅਸੀਂ ਤੁਹਾਨੂੰ ਆਟਾ ਮਾਫ ਦੇ ਦਿਆਂਗੇ, ਅਸੀਂ ਤੁਹਾਨੂੰ ਬਿਜਲੀ ਮਾਫ ਕਰ ਦਿਆਂਗੇ, ਅਸੀਂ ਤੁਹਾਨੂੰ ਗੱਡੀਆਂ ਮਾਫ ਕਰ ਦਿਆਂਗੇ। ਕੋਈ ਕਹਿੰਦਾ ਅਸੀਂ 1000 ਰੁਪਏ ਦੇ ਦਿਆਂਗੇ, ਕੋਈ ਕਹਿੰਦਾ ਅਸੀਂ 2000 ਰੁਪਏ ਦੇ ਦਿਆਂਗੇ ਜੀ, ਮਹੀਨੇ ਦਾ ਦੇ ਦਿਆਂਗੇ ਜੀ। ਐਸੀਆਂ ਮੁਫਤ ਚੀਜ਼ਾਂ ਦੇ ਕੇ ਲੋਕਾਂ ਕੋਲ ਲਾਲਚ ਦੇ ਕੇ ਵੋਟਾਂ ਹਥਿਆਉਣ ਦਾ ਕੰਮ ਰਿਹਾ ਹੈ ਜੀ। ਕਰਜ਼ੇ ਮਾਫ ਕਰੋ, ਮੋਬਾਈਲ ਦਿਓ, ਲੈਪਟਾਪ ਦਿਓ, ਦਿੱਤਾ ਕੱਖ ਨਹੀਂ ਜੀ। ਇਹ ਲੋਕ ਹੁਣ ਸਮਝਦੇ ਆ ਕਿ ਔਰ 5 ਸਾਲ ਜਿਹਨਾਂ ਨੂੰ ਮਾਫ ਤਾਂ ਮੁਫਤ ਹੀ ਕੁਛ ਦੇਣਾ ਸੀ, ਪਰ 5 ਸਾਲ ਇਹੀ ਸੁਣਦੇ ਰਹੇ ਕਿ ਖਜ਼ਾਨਾ ਖਾਲੀ ਹੈ। ਖਜ਼ਾਨਾ ਆਣਾ ਕਿੱਥੋਂ ਹੈ? ਜਿਹੜਾ ਆਣਾ ਸੀ ਉਹ ਤੁਸੀਂ ਮੁਫਤ ਦੇਣਾ ਹੈ। ਤੇ ਖਜ਼ਾਨਾ ਖਾਲੀ ਹੈ ਤਾਂ ਫਿਰ ਦੇਸ਼ ਦਾ ਵਿਕਾਸ ਕਿੱਦਾਂ ਹੋਏਗਾ, ਸੂਬੇ ਦਾ ਵਿਕਾਸ ਕਿੱਦਾਂ, ਪ੍ਰਦੇਸ਼ ਦਾ ਕਿੱਦਾਂ ਹੋਏਗਾ ਜੀ। ਲੋਕ ਸੋਚਦੇ। ਔਰ ਜਿੱਥੇ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹੈ ਉਹ ਬਹੁਤ ਅੱਗੇ ਵੱਧ ਗਿਆ। ਯੂਪੀ ਹੈ, ਬਿਹਾਰ ਹੈ, ਗੁਜਰਾਤ ਹੈ, ਮੰਨ ਲਓ ਅਸੀਂ ਇਹ ਅੱਗੇ ਵੱਧ ਗਏ। ਕਿੱਥੇ ਪਹਿਲਾਂ ਸਾਡੇ ਇੱਧਰੋਂ ਲੇਬਰ ਆਉਂਦੀ ਹੁੰਦੀ ਸੀ, ਅੱਜ ਉਹ ਇੱਥੇ ਨਹੀਂ ਆਉਂਦੀ, ਪਹਿਲਾਂ ਸਾਨੂੰ ਉੱਥੇ ਕੰਮ ਮਿਲ ਗਿਆ। ਔਰ ਤੁਸੀਂ ਇੱਕ ਛੋਟਾ ਜਿਹਾ ਸੂਬਾ ਹੈ ਹਿਮਾਚਲ ਜੀ, ਉਹ ਵੀ ਸਾਡੇ ਨਾਲ ਇੰਡਸਟਰੀ 'ਚ ਕਿਤੇ ਅੱਗੇ ਵਧ ਗਿਆ। ਕਾਰਨ ਕਿ ਜਿੱਥੇ ਭਾਜਪਾ ਦੇ ਲੋਕ ਸੀ, ਉਹ ਸਰਕਾਰਾਂ ਉੱਥੇ ਸੋਚ ਉਛਾਰੂ ਸੋਚਦੇ ਆ। ਜਿੱਥੇ ਗੈਰ ਭਾਜਪਾ ਸਰਕਾਰਾਂ ਆ ਉੱਥੇ ਫਲਾਨੀ ਚੀਜ਼ ਮਾਫ, ਧਮਕਾਨੀ ਚੀਜ਼ ਮਾਫ, ਤਾਂ ਧਰਾਤਲ ਤੇ ਕੱਖ ਨਹੀਂ। ਉਹ ਚੀਜ਼ਾਂ ਜਿਹੜੀਆਂ ਆ ਉਹਦਾ ਨੁਕਸਾਨ ਜਿਹੜੇ ਆਉਣ ਵਾਲੇ ਸਮੇਂ 'ਚ ਦੂਰ ਅੰਦੇਸ਼ੀ ਨਾਲ ਸੋਚੀਏ ਤੇ ਕਿਤੇ ਨਹੀਂ। ਦੂਸਰਾ ਜਿਹੜਾ ਆ ਕਿ ਵੀ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਉੱਥੇ ਗੁੰਡਾਗਰਦੀ ਨਹੀਂ ਹੈ, ਉੱਥੇ ਮਾਫੀਆ ਨਹੀਂ ਹੈ, ਉੱਥੇ ਲੈਂਡ ਮਾਫੀਆ ਨਹੀਂ ਹੈ, ਮੰਨ ਲਓ ਉੱਥੇ ਸੈਂਡ ਮਾਫੀਆ ਨਹੀਂ ਹੈ, ਉੱਥੇ ਹੋਰ ਗੁੰਡਾਗਰਦੀ ਦੇ ਅਨਸਰ ਨਹੀਂ ਹੈ, ਉੱਥੇ ਡਰਗਿਸਟ ਨਹੀਂ ਹੈ। ਔਰ ਜਿੱਥੇ ਜਿੱਥੇ ਵੀ ਨਹੀਂ ਹੈਗੀਆਂ ਉੱਥੇ ਸਾਰੀਆਂ ਸਮੱਸਿਆਵਾਂ ਹੈ। ਇਹ ਲੋਕਾਂ ਨੂੰ ਸਮਝਣ ਲੱਗ ਪਏ। ਔਰ ਦੂਸਰਾ ਜਿਹੜਾ ਆ ਕਿ ਜਿੱਥੇ ਜਿੱਥੇ ਭਾਜਪਾ ਜਾਏਗੀ ਉੱਥੇ ਵਿਕਾਸ ਹੋਏਗਾ। ਔਰ ਜਿਹੜੀਆਂ ਮਹਿਲਾਵਾਂ ਰਾਤ ਨੂੰ 12 ਵਜੇ ਵੀ ਸੜਕ ਦੇ ਉੱਤੇ ਤੁਰੀਆਂ ਜਾਂਦੀਆਂ, ਕਿਸੇ ਦੀ ਹਿੰਮਤ ਨਹੀਂ ਆਉਂਦੀ ਸ਼ਾਇਦ ਵੀ ਕਿਤੇ ਵੀ ਉਂਗਲ ਲਾ ਦੇਣ। ਗੁਜਰਾਤ ਔਰ ਯੂਪੀ ਹੁਣ ਬੜੇ ਵੱਡੀਆਂ ਮਿਸਾਲਾਂ ਵੀ ਨੇ। ਪਰ ਜਿੱਥੇ ਦੂਸਰੀਆਂ ਸਰਕਾਰਾਂ ਉੱਥੇ ਸਾਰੇ ਅਸੁਰੱਖਿਅਤ ਨੇ। ਸੋ ਸੁਰੱਖਿਆ ਚਾਹੇ ਅੰਦਰੂਨੀ ਹੈ ਚਾਹੇ ਬਾਹਰੀ ਹੈ, ਬਾਰਡਰ ਤੇ ਜੀ, ਇਹ ਸਾਡੇ ਹਿੱਸੇ ਨੇ। ਇਸ ਦਾ ਚੌਥਾ ਜਿਹੜਾ ਸੀਗਾ, ਸਾਡੇ ਜਿਹੜੀਆਂ ਪਾਰਟੀਆਂ ਨੇ, ਰਾਜਨੀਤਿਕ ਪਾਰਟੀਆਂ ਬਾਕੀਆਂ ਨੇ, ਸਾਡੀ ਭਾਈਚਾਰਕ ਨਫ਼ਰਤ ਬਹੁਤ ਵਧਾਈ ਹੈ ਇੱਕ ਦੂਸਰੇ ਦੇ। ਅੱਛਾ ਸਾਂਪਰਾ ਸਾਹਿਬ, there is no doubt ਹਾਲੇ ਵੀ ਕੁਝ ਜਗ੍ਹਾ ਤੇ ਜਦੋਂ ਕੋਈ ਫਾਰਮ ਭਰ ਜਾਂਦਾ ਹੈ ਜਾਂ ਕੋਈ ਛੋਟੀ ਮੋਟੀ ਰੈਲੀ ਕਰਨ ਜਾਂਦਾ ਤਾਂ ਨਾਟ ਪਾਰਟਿਕੂਲਰ ਕਿ ਬੀਜੇਪੀ ਲਈ ਔਰ ਅਕਾਲੀਆਂ ਲਈ ਜਾਂ ਫਿਰ
ਆਮ ਪਾਰਟੀ ਵਾਸਤੇ, ਕਾਂਗਰਸ ਲਈ ਵੀ ਕੁਝ ਥਾਵਾਂ ਤੇ ਕੁਝ ਹੱਲੇ ਗੁੱਲੇ ਛੋਟੇ ਮੋਟੇ ਹੁੰਦੇ ਨੇ, ਪਰ ਜਦੋਂ ਬੀਜੇਪੀ ਦੇ ਨਾਲ ਕੁਝ ਲੋਕ ਹੱਲੜਬਾਜ਼ੀ ਕਰਦੇ ਨੇ ਤਾਂ ਇਹ ਜਿਹੜੀ ਸੁਰੱਖਿਆ ਪੱਖੋਂ ਕਾਰਨ ਕਿ ਚੰਨੀ ਬਹੁਤੀ ਪੂਰਾ ਧਿਆਨ ਨਹੀਂ ਦੇ ਰਿਹਾ। ਰੀਜ਼ਨ ਕੀ ਹੈ? ਜਿਵੇਂ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਮੌਜੂਦਾ ਸਰਕਾਰ ਜਿਹੜੀ ਆ ਉਹ ਕਿਸੇ ਪੱਖੋਂ ਵੀ ਇਸ ਚੀਜ਼ ਲਈ ਸક્ષਮ ਹੀ ਨਹੀਂ ਹੈ ਕਿ ਉਹ ਸੱਤਾ ਸੰਭਾਲ ਸਕੇ ਜੀ। ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰਸਤੇ 'ਚ ਰੋਕ ਸਕਦੇ ਨੇ, ਇਸ ਤੋਂ ਵੱਡੀ ਬੇਵਕੂਫੀ ਮੇਰਾ ਖਿਆਲ ਦੁਨੀਆ ਦੇ ਵਿੱਚ ਕਿਤੇ ਵੀ ਅਸੀਂ ਤੁਸੀਂ ਸੁਣੀ ਨਹੀਂ ਹੋਈ। ਔਰ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਨੂੰ ਦੇਖਣਾ ਹੈ ਜੀ। ਔਰ ਇੰਨੀ ਜਿਹੜੀ ਨਾਨ ਰਿਸਪੌਂਸਿਬਲ ਕੋਈ ਸਰਕਾਰ ਰਹੀ ਹੈ ਤੇ ਸਮਝ ਲਓ ਅੱਜ ਦੀ ਸਰਕਾਰ। ਔਰ ਇਹਦੇ ਵਿੱਚ ਭਾਈਚਾਰਕ ਦੁਸ਼ਮਣੀ ਇੱਥੇ ਤੱਕ ਵਧਾਤੀ ਕਿ ਇੱਕ ਦੂਸਰੇ ਨੂੰ ਲੋਕ ਨਫ਼ਰਤ ਦੀ ਦਿਖਣ। ਇਸ ਚੀਜ਼ ਦਾ ਸਮਾਧਾਨ ਦੇ ਲਈ ਹੀ ਜਿਹੜੀ ਭਾਜਪਾ ਅੱਗੇ ਆ ਰਹੀ ਹੈ। ਔਰ ਭਾਜਪਾ ਦਾ ਜਿਹੜਾ ਨਾਰਾ ਵੀ ਦਿੱਤਾ ਹੈ, ਭਾਜਪਾ ਦਾ ਨਾਰਾ ਖੁਸ਼ਹਾਲੀ ਤੇ ਭਾਈਚਾਰਾ ਹੈ। ਅੱਛਾ ਚੰਨੀ, ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਜਿਹੜੇ ਫੇਲ ਸਾਬਤ ਹੋਏ ਨੇ, ਇਕੱਲਾ ਸੁਰੱਖਿਆ ਦੇਣ ਵਿੱਚ ਨਹੀਂ ਬਲਕਿ ਇਹਨਾਂ ਦੇ ਕੈਰੀਅਰ ਫਿਊਚਰ ਰਿਹਾ ਇਹ ਵੀ ਡਾਮਾਡੋਲ ਹੋਣ ਦਾ ਕਾਰਨ ਵੀ ਇਹੀ ਆ ਕਿ ਇਹ ਦੂਜੀਆਂ ਪਾਰਟੀਆਂ ਦਾ ਸਤਿਕਾਰ ਨਹੀਂ ਕਰ ਸਕੇ ਤੇ ਉਹਨਾਂ ਨੂੰ ਸੇਫਟੀ ਪੱਖੋਂ ਇਹਨਾਂ ਨੇ ਇਗਨੋਰ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਜਿੰਨਾ ਉਹ ਕੰਮ ਨਹੀਂ ਕਰ ਸਕਦੇ, ਸક્ષਮ ਨਹੀਂ ਜੀ। ਦੂਸਰਾ ਜਿੰਨਾ ਮਾੜਾ ਮੋਟਾ ਕਰਦੇ ਆ ਉਹਦੇ ਅੰਦਰ ਹੀ ਅੰਦਰੂਨੀ ਇੰਨਾ ਕੁ ਵੈਰ ਵਿਰੋਧ ਆਪਸ ਵਿੱਚ ਹੀ ਵੱਡੇ ਤਿੰਨ ਚਿਹਰੇ ਵੱਡੇ ਆ ਜਿਹੜੇ ਉਹਨਾਂ ਦੇ ਪੋਸਟਰਾਂ ਤੇ ਲਾਏ ਨੇ, ਸਿੱਧੂ ਦਾ ਔਰ ਚੰਨੀ ਦਾ ਤੇ ਜਾਖੜ ਸਾਹਿਬ ਦਾ। ਤਿੰਨਾਂ ਦੇ ਅਲੱਗ-ਅਲੱਗ ਰਾਹ ਨੇ ਜੀ। ਤਿੰਨੇ ਚਾਹੁੰਦੇ ਨੇ ਕਿ ਦੋਨੇ, ਪਰ ਹਰ ਕੋਈ ਚਾਹੁੰਦਾ, ਇਹਨਾਂ ਚੋਂ ਹਰ ਇੱਕ ਵਿਅਕਤੀ ਚਾਹੁੰਦਾ ਕਿ ਦੋਨੇ ਹੀ ਹਟ ਜਾਣ ਤੇ ਮੈਂ ਮੁੱਖ ਮੰਤਰੀ ਬਣ ਜਾਵਾਂ। ਤੇ ਉਹਦੇ ਨਾਲ ਜਿਹੜਾ ਨੁਕਸਾਨ ਤਾਂ ਮੰਨ ਲਓ ਨਾ ਤਾਂ ਉਹਨਾਂ ਦੀ ਪਾਰਟੀ ਨੂੰ ਕੋਈ ਫਾਇਦਾ ਹੋ ਰਿਹਾ, ਨਾ ਸੂਬੇ ਨੂੰ ਫਾਇਦਾ ਹੋ ਰਿਹਾ, ਔਰ ਨਾ ਹੀ ਕਿਤੇ ਅੱਗੇ ਕਿਤੇ ਮੰਨ ਲਓ ਸਮਾਜ ਨੂੰ ਕੁਛ ਇਹ ਦੇ ਸਕਦੇ ਨੇ। ਆਪਣੇ ਆਪ ਚਾਰ ਬੰਦੇ ਦਾ ਠੀਕ ਮਿਲ ਕੇ ਰਹਿ ਨਹੀਂ ਸਕਦੇ, ਉਹਨਾਂ ਨੂੰ ਆਪਸ ਵਿੱਚ ਤਾਂ ਸੰਭਾਲ ਨਹੀਂ ਸਕਦੇ, ਸੂਬੇ ਨੂੰ ਕਿੱਦਾਂ ਸੰਭਾਲਣਗੇ? ਸਭ ਇੱਕ ਚਰਚਾ ਚੱਲ ਰਹੀ ਹੈ ਕਿ ਸਾਡੇ ਆਨਰੇਬਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੁਣ ਕਦੋਂ ਪੰਜਾਬ ਆ ਰਹੇ ਨੇ, ਤਾਂ ਚਰਚਾ ਦੇ ਵਿੱਚ ਇਹ ਵੀ ਪਤਾ ਲੱਗਿਆ ਜਾ ਰਿਹਾ ਕਿ 7-8 ਫਰਵਰੀ ਦੀ ਕਿਸੇ ਡੇਟ ਤੇ ਵੀ ਉਹ ਪੰਜਾਬ ਦੇ ਵਿੱਚ ਹਾਂਜੀ ਆ ਸਕਦੇ ਨੇ। ਕੁਛ ਚਾਹੁੰਦੇ ਤੁਸੀਂ? ਇੱਦਾਂ ਹੈ ਕਿ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਕਿ 1000 ਬੰਦੇ ਤੋਂ ਵੱਡੀ ਕੋਈ ਰੈਲੀ ਨਹੀਂ ਹੋ ਸਕਦੀ ਜੀ। ਜਦੋਂ ਪ੍ਰਧਾਨ ਮੰਤਰੀ ਜੀ ਆਉਂਦੇ ਨੇ ਤੇ ਗਿਣਤੀ ਜਿਹੜੀ ਆ ਉਹ ਲੱਖਾਂ ਚ ਜੀ। ਇਹ ਤੁਸੀਂ ਸਾਰੀਆਂ ਰੈਲੀਆਂ ਜੀ। ਇਸ ਹਾਲਾਤਾਂ ਨੂੰ ਦੇਖਦੇ ਹੋਏ ਜਾਨੀ ਇੱਕ ਤਾਂ ਇਲੈਕਸ਼ਨ ਕਮਿਸ਼ਨ ਦੀਆਂ, ਔਰ ਕਿਉਂਕਿ ਉਹਨਾਂ ਨੇ ਕਰੋਨਾ ਨੂੰ ਦੇਖਦੇ ਹੋਏ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ, ਉਹਨਾਂ ਦਾ ਸਨਮਾਨ ਕਰਨਾ ਉਹਨਾਂ ਦਾ ਫਰਜ਼ ਹੈ ਜੀ। ਬਾਕੀ ਅਗਰ ਉਹ ਇਲੈਕਸ਼ਨ ਕਮਿਸ਼ਨ ਇਜਾਜ਼ਤ ਦੇਗਾ ਤਾਂ ਉਹ ਜ਼ਰੂਰ ਆਉਣਗੇ, ਕਿਉਂ ਨਹੀਂ ਆਉਣਗੇ? ਪੰਜਾਬ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਵੱਡਾ ਰੋਲ ਰਹੇਗਾ। ਤੁਹਾਡੇ ਦੂਜੀ ਪਾਰਟੀਆਂ ਦੇ ਨਾਲੋਂ ਏਜੰਡਾ ਕੀ ਹੈ ਇਲੈਕਸ਼ਨ ਲੜਨ ਦਾ? ਦੇਖੋ, ਸਾਰਿਆਂ ਕੋਲ ਸਿਰਫ ਮੁਫਤ ਦੇਣਾ ਤੇ ਸਰਕਾਰ ਲੈਣੀ, ਬਾਅਦ ਚ ਕਰਪਸ਼ਨ ਕਰਨਾ ਹੀ ਹੈ। ਸਾਡੇ ਕੋਲ ਇੱਥੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਨਾ ਤੇ ਭਾਈਚਾਰਕ ਨਫ਼ਰਤ ਨੂੰ ਖਤਮ ਕਰਨਾ। ਔਰ ਜਦੋਂ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਤੇ ਦੇਸ਼ ਮਜ਼ਬੂਤ ਹੁੰਦਾ, ਸੂਬਾ ਮਜ਼ਬੂਤ ਹੁੰਦਾ। ਜਦੋਂ ਸੂਬਾ ਮਜ਼ਬੂਤ, ਇੱਕ ਉਹਨਾਂ ਦੀ ਸਭਿਅਤਾ ਮਜ਼ਬੂਤ ਹੁੰਦੀ ਹੈ ਤੇ ਫਿਰ ਉਹ ਵਿਕਾਸ ਦੇ ਬਹੁਤ ਸਾਰੇ ਰਾਹ ਖੁੱਲਦੇ ਨੇ। ਇਸੇ ਕਰਕੇ ਅਸੀਂ ਕਿਹਾ ਖੁਸ਼ਹਾਲੀ ਤੇ ਭਾਈਚਾਰਾ ਜਿਹੜਾ ਸਾਡਾ ਨਾਅਰਾ ਹੈ। ਔਰ ਇਹਦੇ ਖੁਸ਼ਹਾਲੀ ਦੇ ਲਿਆਣੀ ਕਿਤੇ ਹੈ ਜੀ, ਕਿਉਂਕਿ ਇੱਥੇ ਕੋਈ ਵੱਡੀਆਂ ਇੰਡਸਟਰੀ ਦੀ ਲੋੜ ਹੈ ਜੀ, ਉਹਦੇ ਵੱਲ ਨੂੰ ਅਸੀਂ ਧਿਆਨ ਕਰਾਂਗੇ। ਅਸੀਂ ਕਿਉਂਕਿ ਪੰਜਾਬ ਸੂਬਾ ਖੇਤੀ ਦਾ ਕਿੱਤੇ ਦਾ ਪ੍ਰਮੁੱਖ ਜਿਹੜਾ ਸੂਬਾ ਆ, ਇਹਦੇ ਵਿੱਚ ਜਿਹੜੇ ਆ ਅਸੀਂ ਇੱਕ ਖੇਤੀ ਆਧਾਰਿਤ ਮੰਨ ਲਓ ਐਗਰੀਕਲਚਰ ਬੇਸ ਜਿਹੜੀ ਆ, ਇੱਥੇ ਇੰਡਸਟਰੀ ਦੀ ਬਹੁਤ ਵੱਡੀ ਲੋੜ ਹੈ ਜੀ। ਔਰ ਜਦੋਂ ਇੰਡਸਟਰੀ ਲੱਗਦੀ ਹੈ ਖੇਤੀ ਦੇ ਨਾਲ, ਕਿਸਾਨ ਨੂੰ ਵੀ ਫਾਇਦਾ ਹੋਏਗਾ, ਮਜ਼ਦੂਰ ਨੂੰ ਵੀ ਫਾਇਦਾ ਮਿਲੇਗਾ ਤੇ ਖੁਸ਼ਹਾਲੀ ਵਧਦੀ ਹੈ ਔਰ ਉਹਦਾ ਲਿਵਿੰਗ ਸਟੈਂਡਰਡ ਵੀ ਵੱਧਦਾ। ਲਿਵਿੰਗ ਸਟੈਂਡਰਡ ਲੋਕਾਂ ਦੇ ਆਰਥਿਕ ਪੱਖੋਂ ਵੀ ਮਜ਼ਬੂਤ ਹੁੰਦਾ ਹੈ। ਇਸ ਕਰਕੇ ਸਾਡਾ ਜਿੱਥੇ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹੈ, ਵਿਕਾਸ ਦੇ ਉੱਤੇ ਸਭ ਤੋਂ ਵੱਡਾ ਜ਼ੋਰ ਦਿੰਦਾ ਹੈ, ਭਾਵ ਖੁਸ਼ਹਾਲੀ ਦੇ ਉੱਤੇ ਜ਼ਿਆਦਾ ਜ਼ੋਰ ਦਿੰਦਾ ਹੈ ਔਰ ਨਫ਼ਰਤ ਖਤਮ ਕਰਕੇ ਔਰ ਜਿਹੜੀ ਕਿਸੇ ਤਰ੍ਹਾਂ ਦੇ ਮਾਫੀਆ ਨੂੰ ਖਤਮ ਕਰਨਾ, ਇਹ ਸਾਡਾ ਏਜੰਡਾ ਰਿਹਾ। ਸੋ ਇਹ ਫਰਕ ਸਾਡੇ ਤੇ ਬਾਕੀ ਪਾਰਟੀਆਂ ਦਾ। ਤੁਹਾਡੇ ਬੀਜੇਪੀ ਦੇ ਪ੍ਰਧਾਨ ਸਤਿਕਾਰਯੋਗ ਵਿਪਨ ਸ਼ਰਮਾ ਜੀ ਤੁਹਾਡਾ ਵੈਲਕਮ ਕਰਦੇ ਨੇ ਔਰ ਇਸ ਵੇਲੇ ਉਹ ਵੀ ਸਾਡੇ ਸਟੂਡੀਓ ਦੇ ਨਾਲ ਜੁੜੇ ਹੋਏ ਨੇ। ਔਰ ਤੁਸੀਂ ਕੈਨੇਡਾ 'ਚ, ਦੁਨੀਆ 'ਚ ਇਸ ਵੇਲੇ ਤੁਹਾਨੂੰ ਵੇਖਿਆ ਜਾ ਰਿਹਾ, ਆਵਾਜ਼ ਨੂੰ ਸੁਣਿਆ ਜਾ ਰਿਹਾ
ਕੀ ਸ਼ੁਭ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਮੁਤਾਬਕ ਤੁਹਾਡੀ ਪਾਰਟੀ ਕਿੰਨੀਆਂ ਸੀਟਾਂ ਤੇ ਜਿੱਤ ਹਾਸਲ ਕਰਕੇ ਸਰਕਾਰ ਜਿਹੜੀ ਹੈ ਬਣਾ ਲਈ? देखो, मैं ये तो नहीं कहूँगा कि किन्नियां जित्तां, मैं इन्ना कहूँगा कि अच्छा मार्जिन लैके सरकार असीं बनावांगे। ये साडा दृढ़ निश्चय है जी। ये सानू आस से नहीं, पूरा यकीन भरोसा है। और जिहड़ा बाकी सारिਆਂ ਨੂੰ मैं अपील जरूर करांगा कि देश की एकता और अखंडता दे लई, देश के मजबूत भाईचारे लई, देश के जिहड़े आ इहनूं सूबे नूं विकास दा सूबा बनाउण लई कदी पंजाब का नाम तुसीं सुनिया सी बई जिहड़ा अमीर सूबा सीगा, अमीर विरसा भी सी और अमीर आर्थिक पक्षों भी, माली पक्षों जी। पर अज माली पक्षों भी असीं ते विरसे पक्षों भी पिछड़दे जा, और इस नूं भी असीं जिहड़ा आ वो मजबूत बनावांगे। और पंजाब नूं इंडस्ट्रीयल सिटी, किसान मजबूत, किसान मजदूर और हर वर्ग की, इंपलाई वर्ग की, मजदूर की, खास करके महिलावां वाल विशेष ध्यान देके असीं ते सरकार नूं एक नई दिशा वाल इस सूबे नूं लिजा के इस विकसित सूबा बनाना। और उस लई मैं सारे तुहाडे इस माध्यम दे नाल, मीडिया दे इस माध्यम दे नाल मैं अपील करदा कि तुसीं पंजाब नूं तरक्की दे राह ते लिआउण दे लई भारती जनता पार्टी दा साथ दिओ। लुभाणे वादे करन वालियां बहुत सारियां पार्टियां आणगीਆਂ, पर विकास करने वाला काम जिहड़ा पार्टी है और वो भाजपा ही है। वो कल्ले पंजाब च वादा नहीं कर रही, बाकी जिथे जिथे सरकारां उत्थे असीं प्रत्यक्ष ये साबित किया है। और उसे विश्वास के उत्ते मोहर लगाउंदे होए पंजाब च भी असीं एक नवीं जिहड़ी है जोत जगाई है और नवां पंजाब भाजपा दे नाल दा जिहड़ा नारा दित्ता ओहदे साकार करिए। और इन्हां दे नाल ही मैं तुहानूं सारिआं नूं अपील करदा कि सारे अपने रिश्तेदारां नूं, कनेडा निवासियों ने हो सकता है कि वोटर तो नहीं है, पर उन्होंने रिश्तेदार, उन्होंने जान पहचान वाले इतने रहिंदे ने, उन्होंने सारे अपने रिश्तेदारों, अपने सज्जनों मित्रों अपील करके कि वो भारतीय जनता पार्टी के हक में नितरन ते पंजाब च इस बार भाजपा की सरकार बना के जिथे बाकियां नूं तुसीं जिहड़ा अजमाया उत्थे एक बार निरोल भाजपा की सरकार बना के भी सानूं। सामरा साहब, लोकां दा सवाल है, पब्लिक दा सवाल जिहड़ा मैं करे, पब्लिक कहदी है कि चन्नी वांगू ਇਹ ਨਾ ਹੋਣ ਲਾਰੇ ਤੇ ਰਹਿਣ ਕੁਆਰੇ, ਅਤੇ ਪੰਜਾਬ ਦੇ ਲੋਕ ਜਿਹੜੇ ਨੇ ਇਹ ਨਾ ਹੋਣ ਕਿ ਕੁਆਰੇ ਰਹਿਣ ਅਤੇ ਝੂਠੇ ਵਾਅਦੇ ਹੀ। ਮੈਂ ਇਸ ਗੱਲ ਨੂੰ ਪਹਿਲਾਂ ਹੀ ਕਿਹਾ ਕਿ ਅਸੀਂ ਇਕੱਲੇ ਵਾਅਦੇ ਨਹੀਂ ਕੀਤੇ, ਇਹਦਾ ਨਤੀਜੇ ਦੇ ਤੌਰ ਤੇ ਅਸੀਂ ਸਹੀ ਕਰ ਰਹੇ ਹਾਂ। ਕਿ ਅਸੀਂ ਇੱਥੇ ਗੱਲਾਂ ਨਹੀਂ ਕਰ ਰਹੇ, ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਉੱਥੇ ਇਹ ਧਰਾਤਲ ਤੇ ਤੁਹਾਨੂੰ ਇਹ ਵਾਅਦੇ ਕੀਤੇ ਉਹ ਨੇਪਰੇ ਚੜ੍ਹਦੇ ਦਿਖਾਈ ਦਿੰਦੇ ਨੇ। ਔਰ ਜੇ ਮੈਂ ਇੱਥੇ ਆਪਣੀ ਗੱਲ ਕਰਾਂ ਤੇ ਤੁਸੀਂ ਮੈਨੂੰ ਪੁਲ ਦਾ ਜਿਹੜਾ ਗੱਲ ਕੀਤੀ ਹੈ, ਇਹ ਮੈਂ ਇੱਥੇ ਬਣਾਇਆ 5 ਸਾਲ ਪਹਿਲਾਂ ਜਦੋਂ ਮੈਂ ਮੰਤਰੀ ਸੀ। ਇਹ ਇੱਥੇ ਪਾਸਪੋਰਟ ਆਫਿਸ ਸੀ ਫਗਵਾੜੇ ਦੇ ਵਿੱਚ, ਜੋ ਲੋੜ ਸੀ ਤੁਹਾਨੂੰ ਪਤਾ ਕਿ ਦੁਆਬਾ ਸਾਡਾ NRI ਬੈਲਟ ਔਰ ਪਾਸਪੋਰਟ ਦੇ ਦਫ਼ਤਰਾਂ ਦੇ ਚੱਕਰ ਲਾਉਣੇ ਕਿੰਨਾ ਰਸ਼ ਹੁੰਦਾ, ਉਹ ਅਸੀਂ ਫਗਵਾੜੇ ਦੇ ਵਿੱਚ ਹੀ ਬਣਾਇਆ ਜੀ। ਇੱਥੇ 에ਅਰਪੋਰਟ ਜਿਹੜਾ ਸੀ ਲੋਕਾਂ ਦੀ ਬਹੁਤ ਵੱਡੀ ਲੋੜ ਸੀ, ਉਸ ਜਲੰਧਰ 에ਅਰਪੋਰਟ ਬਣਾਇਆ, ਉਹ ਵੀ ਮੈਂ ਆਪਣੇ ਪੂਰੇ ਜ਼ੋਰ ਸ਼ੋਰ ਨਾਲ ਬਣਾਇਆ। ਸਾਰੇ ਤੁਹਾਨੂੰ ਜਾਣਦੇ ਹੋਣਗੇ ਇਸ ਗੱਲ ਨੂੰ ਜੀ। ਔਰ ਇੱਥੇ ਫਗਵਾੜੇ ਦੇ ਵਿੱਚ ਇੰਡਸਟਰੀ ਨੂੰ ਮਜ਼ਬੂਤ ਕਰਨ ਲਈ, ਕਿਉਂਕਿ ਇੰਜਨ ਦਾ ਬਣਦਾ ਉੱਥੇ, ਉਹਨਾਂ ਦੇ ਲਈ ਮਜ਼ਬੂਤ ਬਣਾਉਣ ਲਈ ਉੱਥੇ ਇੱਕ ਇੰਡਸਟਰੀ ਬੇਸ ਜਿਹੜਾ ਉਹ ਅਸੀਂ ਇੰਜੀਨੀਅਰਿੰਗ ਜਿਹੜੀ ਕਲਸਟਰ ਜਿਹੜਾ ਬਣਾਇਆ, ਤਾਂ ਕਿ ਉਹਨਾਂ ਨੂੰ ਅਸੀਂ ਇਸ ਫਗਵਾੜੇ ਦੀ ਇੰਡਸਟਰੀ ਨੂੰ ਇੰਟਰਨੈਸ਼ਨਲ ਸਟੈਂਡਰਡ 'ਚ ਲੈ ਕੇ ਜਾਈਏ। ਐਸੀ ਵੀ ਅਸੀਂ ਇੱਥੇ ਕਲਸਟਰ ਬਣਾਇਆ ਸੀ, ਉਹ ਵੀ ਮੈਂ ਬਣਾਇਆ ਸੀ। ਰੇਲਵੇ ਦੇ ਉੱਥੇ ਪਾਰਸਲ ਆਫਿਸ ਨਹੀਂ ਸੀ ਇੱਥੇ ਫਗਵਾੜੇ 'ਚ, ਉਹ ਵੀ ਮੈਂ ਬਣਾਇਆ ਸੀ। ਇੱਥੇ ਦੇ ਜਿਹੜਾ ਬਾਕੀ ਜਿਹੜੀਆਂ ਸੜਕਾਂ ਦੇ ਉੱਪਰ ਫਲਾਈ ਬ੍ਰਿਜ ਬਣਾਉਣਾ ਅਤੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਪ੍ਰਦਾਨ ਕਰਨਾ, ਇਹ ਵੀ ਤੁਹਾਡੇ ਹਿੱਸੇ ਆਇਆ। ਅਗਰ ਜੇ ਚੰਨੀ ਹੁੰਦਾ ਤਾਂ ਮੇਰਾ ਖਿਆਲ ਕਿ ਇਹ ਬਣੇ ਹੋਏ ਢਾ ਸਕਦਾ ਸੀ। ਔਰ ਲੋਕਾਂ ਦੇ ਵਿੱਚ ਇਹ ਕਹਾਵਤ ਚੱਲਿਆ ਕਿ ਜੇ ਕੋਈ ਕੰਮ ਕਰਾਉਣਾ ਆ ਤਾਂ BJP ਨੂੰ ਕਾਲ ਕਰੋ, ਜੇ ਤੁਸੀਂ ਕੰਮ ਕੀਤੇ ਹੋਏ ਨੂੰ ਢਾਉਣਾ ਹੈ ਤਾਂ ਚੁੰਨੀ ਲੈ ਕੇ ਆ ਜਾਵੇਗਾ, ਜਿਹੜਾ ਕਿ ਸੱਤਿਆਨਾਸ਼ ਪੰਜਾਬ ਦਾ ਜਿਹਨੇ ਕੀਤਾ ਹੋਰ ਕਰ ਸਕਦਾ ਹੈ। ਟਰੂ ਐਂਡ ਫੈਕਟ ਹੈ, ਜਿਹਦੇ ਪਰਿਵਾਰ ਦੇ ਮੈਂਬਰ ਕੋਲੋਂ ਕਰੋੜਾਂ ਰੁਪਈਆ ਸਾਪੜਾ ਸਾਹਿਬ ਮਿਲ ਸਕਦਾ ਤਾਂ ਬਾਕੀ ਹੋਰ ਕੀ ਕਹਿਣ ਨੂੰ ਅਸੀਂ ਕੀ ਕਹਿ ਸਕਦੇ ਹਾਂ। ਦੇਖੋ, ਪਹਿਲਾ ਮੁੱਖ ਮੰਤਰੀ ਹੋਣਾ ਜਿਹਦੇ ਘਰੋਂ ਪੈਸਾ ਵੀ ਫੜਿਆ ਗਿਆ, ਉਹ ਫਿਰ ਇਹ ਰੌਲਾ ਪਾਈ ਜਾਂਦਾ ਜੀ ਦੇਖੋ ਜੀ ਸਾਡੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਧੱਕਾ ਹੋ ਰਿਹਾ, ਨਗਦ ਪੈਸਾ ਫੜ ਹੋ ਰਿਹਾ, ਫਿਰ ਵੀ ਉਹ ਕਹਿ ਰਿਹਾ ਧੱਕਾ। ਇਸ ਤੋਂ ਵੱਡੀ ਕਰਪਸ਼ਨ ਦੀ ਔਰ ਨਿਡਰ ਕਰਪਸ਼ਨ ਕਰਨ ਵਾਲਿਆਂ ਦੀ ਜਿਹੜੀ ਇਹ ਪਾਰਟੀ ਹੈ, ਕਿਤਾ ਹੋਰ ਸਾਬਤ ਹੋ ਸਕਦਾ, ਇਹ ਤੁਸੀਂ ਆਪ ਜਾਣਦੇ ਹੋ।
ਸੋ ਇਹਦੇ ਲਈ ਮੈਂ ਤੁਸੀਂ ਆਪ ਹੀ ਬਹੁਤ ਸਾਰੀਆਂ ਕਹੀਆਂ ਕਿ ਕੰਮ ਕਰਾਉਣਾ ਹੋਵੇ ਤੇ ਭਾਜਪਾ 'ਚ ਕੋ ਆ ਜਾਓ। ਔਰ ਇਹ ਵੀ ਹੈ ਕਿ ਅਸੀਂ ਦਾਅਵਾ ਕਰਦੇ ਹਾਂ ਕਿ ਕੋਈ ਵੀ ਭਾਜਪਾ ਦੇ ਉੱਤੇ ਤੁਸੀਂ ਬਲੇਮ ਨਹੀਂ ਲਾ ਸਕਦੇ ਕਿ ਕਿਸੇ ਨੂੰ ਕੋਈ ਕੰਮ ਕਿਹਾ ਹੋ ਤੇ ਉਹਨੇ ਤੁਹਾਡੇ ਕੋਲ ਕੋਈ ਪੈਸਿਆਂ ਦੀ ਵੀ ਮੰਗ ਕੀਤੀ ਹੋਵੇ। ਪਰ ਦੂਸਰੀਆਂ ਪਾਰਟੀਆਂ ਦੇ ਕੋਲ ਤੁਹਾਨੂੰ ਐਸੀਆਂ ਸ਼ਿਕਾਇਤਾਂ ਆਮ ਅਕਸਰ ਮਿਲਦੀਆਂ। ਸੋ ਮੈਂ ਫਿਰ ਇਹੀ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਜਿਹੜੀ ਹੈ ਸੇਵਾ ਕਰਨ ਵਾਲੀ ਭਾਵ ਨਾਲ ਕੰਮ ਕਰਨ ਵਾਲੀ ਜਿਹੜੀ ਹੈ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਹੈ, ਔਰ ਉਸ ਦੀ ਸਰਕਾਰ ਲਿਆ ਕੇ ਪੰਜਾਬ ਨੂੰ ਇੱਕ ਵਾਰ ਵਿਕਾਸ ਦੇ ਰਾਹ ਤੇ ਲਿਆ ਕੇ ਦਿੱਤੀ। ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਉਣ ਵਾਲੇ ਸਮੇਂ ਦੀ ਅਸੀਂ ਆਪ ਜੀ ਨੂੰ ਐਡਵਾਂਸ ਵਿੱਚ ਮੁਬਾਰਕਬਾਦ ਦੇਣੀ ਚਾਹਾਂਗੇ। ਔਰ ਲੱਗਦਾ ਕਿ ਠੰਡ ਕਾਰਨ ਕਰਕੇ ਪੰਜਾਬ ਵਿੱਚ ਠੰਡ ਹੈ ਤੇ ਤੁਸੀਂ ਕੁਝ ਖਾਂਸੀ ਦੇ ਮਰੀਜ਼ ਹੋ, ਔਰ ਮੈਂ ਆਸ ਕਰਦਾ ਕਿ ਬਹੁਤ ਜਲਦੀ ਸਿਹਤ ਠੀਕ ਹੋ ਜਾਵੇਗੀ ਅਤੇ ਪੰਜਾਬ ਦੇ ਵਿਗੜੇ ਹੋਏ ਹਾਲਾਤਾਂ ਨੂੰ ਵੀ ਤੁਸੀਂ ਠੀਕ ਕਰ ਦਿਓਗੇ ਔਰ ਲਾਰੇ ਜਿਹੜੇ ਆ ਲੋਕ ਲਾਉਣ ਵਾਲੇ ਉਹਨਾਂ ਨੂੰ ਭਜਾਓਗੇ ਤੇ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਲੈ ਕੇ ਆਓਗੇ। ਸ਼ਾਂਤੀ, ਏਕਤਾ, ਮੁਹੱਬਤ ਜਿਹੜੀ ਹੈ ਜ਼ਿੰਦਾਬਾਦ। ਭਾਰਤ ਜਿੰਦਾਬਾਦ, ਭਾਰਤ ਜੈ ਹਿੰਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।